ਤੁਸੀਂ ਸੁਣ ਰਹੇ ਹੋ ਕਿਤਾਬ ਸਿੱਖ ਰਾਜ ਕਿਵੇਂ ਬਣਿਆ। ਅਸੀਂ ਇਸ ਕਿਤਾਬ ਦੇ ਚੌਥੇ ਕਾਂਡ ਵਿੱਚ ਹਾਂ। ਇਸ ਕਾਂਡ ਵਿੱਚ ਅਸੀਂ ਦੇਖਾਂਗੇ ਕਿ ਮੀਰ ਮਨੂੰ ਨੇ ਸਿੱਖਾਂ 'ਤੇ ਜ਼ੁਲਮ ਦੀ ਕਿਵੇਂ ਹੱਦ ਪਾਰ ਕਰ ਦਿੱਤੀ, ਕਿਉਂਕਿ ਮੀਰ ਮਨੂੰ ਦੀ ਇੱਕੋ ਹੀ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ। ਈਵਨ ਉਸ ਸਮੇਂ ਸਿੱਖਾਂ ਵਿੱਚ ਰਵਾਇਤ ਪ੍ਰਚਲਿਤ ਹੋ ਗਈ ਸੀ ਕਿ ਮਨੂੰ ਸਾਡੀ ਦਾਤਰੀ, ਅਸੀਂ ਮਨੂੰ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਤਿਉਂ-ਤਿਉਂ ਦੁਣੇ ਹੋਏ। ਆਓ ਸ਼ੁਰੂ ਕਰੀਏ। ਪ੍ਰਜਾ ਦੀ ਕੀ ਗੱਲ, ਮੀਰ ਮਨੂੰ ਨੇ ਵੀ ਆਪਣੀਆਂ ਬੇਗਮਾਂ ਤੇ ਬੱਚੇ ਜੰਮੂ ਭੇਜ ਦਿੱਤੇ। ਮੀਰ ਮਨੂੰ ਨੇ ਕੋੜਾਮਲ ਦਾ ਡੇਰਾ ਰਾਵੀਓਂ ਪਾਰ ਸ਼ਾਹਦਰੇ ਕਰਾਇਆ ਤੇ ਆਪ ਇਹ ਸੋਚ ਕੇ ਕਿ ਅਬਦਾਲੀ ਚੜ੍ਹਦੇ ਪਾਸਿਓਂ ਨਾ ਰਾਵੀ ਟੱਪ ਪਏ, 50,000 ਫੌਜ ਲੈ ਕੇ ਸ਼ਾਹ ਦੌਲੇ ਦੇ ਪੱਤਣ ਤੇ ਜਾ ਬੈਠਾ। ਅਬਦਾਲੀ ਨੇ ਵੀ ਮੀਰ ਮਨੂੰ ਦੇ ਸਾਹਮਣੇ ਆ ਡੇਰਾ ਲਾਇਆ। ਅਬਦਾਲੀ ਨੇ ਡੇਰਾ ਉੱਥੇ ਹੀ ਰਹਿਣ ਦਿੱਤਾ ਤੇ ਆਪ ਫੌਜ ਲੈ ਕੇ ਰਾਤੋਂ ਰਾਤ ਦੂਰੋਂ ਚੱਕਰ ਕੱਟ ਕੇ ਲਾਹੌਰੋਂ ਹੇਠਲੇ ਪਾਸਿਓਂ ਗਾਜੀਪੁਰ ਦੇ ਪੱਤਣ ਤੋਂ ਰਾਵੀ ਟੱਪ ਕੇ ਨਿਆਜ਼ ਬੇਗ ਰਾਹੀਂ ਲਾਹੌਰ ਸ਼ਾਹ ਬਿਲਾਵਲ ਕੋਲ ਆ ਮੋਰਚੇ ਮੱਲੇ। ਉਸ ਦਾ ਪ੍ਰਸਿੱਧ ਜਰਨੈਲ ਜਹਾਨ ਖਾਂ ਵੀ ਉਹਦੇ ਨਾਲ ਸੀ। ਮੀਰ ਮਨੂੰ ਨੂੰ ਪਤਾ ਲੱਗਾ ਤਾਂ ਉਹ ਵੀ ਛੇਤੀ ਲਾਹੌਰ ਨੂੰ ਭੱਜਾ। ਹੁਣ ਸ਼ਹਿਰ ਵਾਲੇ ਪਾਸੇ ਮੀਰ ਮਨੂੰ ਦੇ ਟਾਕਰੇ ਉੱਤੇ ਦੂਜੇ ਪਾਸੇ ਅਬਦਾਲੀ, ਦੋਵੇਂ ਧਿਰਾਂ ਮੋਰਚਿਆਂ ਵਿੱਚ ਹੋ ਬੈਠੇ। ਅਬਦਾਲੀ ਕੋਲ ਤੋਪਾਂ ਨਹੀਂ ਸਨ ਤੇ ਮੀਰ ਮਨੂੰ ਦਿੱਲੀ ਵੱਲੋਂ ਇਮਦਾਦੀ ਫੌਜ ਨੂੰ ਉਡੀਕ ਰਿਹਾ ਸੀ, ਸੋ ਦੋਹਾਂ ਵਿੱਚੋਂ ਕੋਈ ਵੀ ਅੱਗੇ ਵੱਧ ਕੇ ਹਮਲਾ ਨਹੀਂ ਸੀ ਕਰਦਾ। ਮੀਰ ਮਨੂੰ ਨੇ ਦਿੱਲੀ ਨੂੰ ਕਈ ਚਿੱਠੀਆਂ ਮਦਦ ਵਾਸਤੇ ਲਿਖੀਆਂ, ਪਰ ਉੱਥੋਂ ਮਦਦ ਨਾ ਆਉਣੀ ਸੀ ਤੇ ਨਾ ਆਈ। ਇਸ ਲੜਾਈ ਵਿੱਚ ਮੀਰ ਮਨੂੰ ਨੇ ਕੋੜਾਮਲ ਰਾਹੀਂ ਸਿੰਘਾਂ ਤੋਂ ਮਦਦ ਮੰਗੀ ਤੇ ਇਸ ਸਹਾਇਤਾ ਬਦਲੇ ਪਹਾੜ ਦਾ ਆਕੀ ਇਲਾਕਾ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅੰਮ੍ਰਿਤਸਰੋਂ ਮਦਦ ਵਾਸਤੇ ਜਾ ਰਹੇ ਸਨ ਜਾਂ ਰਾਹ ਵਿੱਚ ਇੱਕ ਦੁਰਘਟਨਾ ਹੋ ਗਈ। ਰਾਮਗੜੀਆਂ ਮਿਸਲ ਦੇ ਸਰਦਾਰ ਖੁਸ਼ਹਾਲ ਸਿੰਘ ਕੱਕੜ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿੱਤਾ। ਬਾਕੀ ਦੇ ਸਰਦਾਰ ਇਸ ਗੱਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ ਤਾਂ 10,000 ਫੌਜ ਸਣੇ ਭੰਗੀ ਸਰਦਾਰ ਪਿੱਛੇ ਪਰਤ ਗਏ। ਬਾਕੀ ਦੇ 20,000 ਸ਼ਾਲਾਮਾਰ ਬਾਗ ਜਾ ਬੈਠੇ। ਅਗਲੇ ਦਿਨ ਕੁਝ ਸਿੰਘ ਇੱਥੇ ਰਹੇ ਤੇ ਕੁਝ ਕੋੜਾਮਲ ਦੀ ਫੌਜ ਵਿੱਚ ਮਿਲਣ ਵਾਸਤੇ ਸ਼ਹਿਰ ਵੱਲ ਗਏ। ਜਦ ਉਹ ਦਰਵਾਜ਼ੇ ਕੋਲ ਅੱਪੜੇ, ਅੱਗੇ ਕੁਝ ਕਸਾਈ ਗਾਂ ਹਲਾਲ ਕਰਦੇ ਉਹਨਾਂ ਦੀ ਨਿਗਾਹ ਪਏ। ਸਿੰਘਾਂ ਤੋਂ ਵੇਖ ਕੇ ਨਾ ਰਿਹਾ ਗਿਆ, ਉਹਨਾਂ ਉਹ ਕਸਾਈ ਕਤਲ ਕਰ ਦਿੱਤੇ। ਇਸ ਗੱਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਤੇ ਉਹਨਾਂ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਇਸ ਮੁੱਠਭੇੜ ਵਿੱਚ ਦੋਹਾਂ ਪਾਸਿਆਂ ਦੇ ਕਈ ਆਦਮੀ ਮਾਰੇ ਗਏ। ਪਤਾ ਨਹੀਂ ਇਹ ਝਗੜਾ ਕਿੱਥੋਂ ਤੱਕ ਵੱਧ ਜਾਂਦਾ, ਪਰ ਕੋੜਾਮਲ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸਮਾਈ ਕਰਾ ਦਿੱਤੀ। ਇਹਨਾਂ ਸਿੰਘਾਂ ਦਾ ਡੇਰਾ ਯੱਕੀ ਦਰਵਾਜ਼ੇ ਅੱਗੇ ਕਰਾਇਆ ਗਿਆ। ਇੱਕ ਦਿਨ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕੁਝ ਸਿੰਘਾਂ ਸਣੇ ਰਾਵੀਓਂ ਪਾਰ ਗਿਆ। ਅੱਗੋਂ ਅਬਦਾਲੀ ਦੇ 4 ਦਸਤੇ ਉਹਨਾਂ ਮੁੱਠੀ ਭਰ ਸਿੰਘਾਂ ਉੱਤੇ ਆ ਪਏ। ਸਿੰਘ ਮਸਾਂ ਆਟੇ ਵਿੱਚ ਲੂਣ ਸਨ, ਪਰ ਪਿੱਛੇ ਭੱਜਿਆਂ ਸਿੱਖਾਂ ਨੂੰ ਲਾਜ ਲੱਗਦੀ ਸੀ, ਸੋ ਉਹ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਛਾਤੀਆਂ ਡਾ ਖਲੋਤੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਥੇ ਲੜ ਕੇ ਸ਼ਹੀਦ ਹੋ ਗਿਆ। ਜਿਹੜੇ ਸਿੰਘ ਅਜੇ ਪਿੱਛੇ ਝੱਲ ਵਿੱਚ ਦੂਰ ਸਨ ਉਹ ਬਚ ਗਏ। ਉਹ ਵਾਪਸ ਆਪਣੇ ਡੇਰੇ ਨੂੰ ਮੁੜੇ ਤਾਂ ਲਾਹੌਰ ਦੀ ਮੁਸਲਮਾਨ ਫੌਜ ਨੇ ਉਹਨਾਂ ਉੱਤੇ ਤੋਪਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਕਈ ਸਿੰਘ ਇੱਥੇ ਮਾਰੇ ਗਏ। ਖਾਲਸਾ ਫੌਜਾਂ ਦਾ ਦਿਲ ਇਹਨਾਂ ਘਟਨਾਵਾਂ ਤੋਂ ਖੱਟਾ ਹੋ ਗਿਆ ਤੇ ਉਹ ਮੀਰ ਮਨੂੰ ਦਾ ਸਾਥ ਛੱਡ ਕੇ ਚਲੇ ਗਏ। ਅਸਲ ਵਿੱਚ ਇਸ ਲੜਾਈ ਸਮੇਂ ਮੀਰ ਮਨੂੰ ਦਾ ਘਰ ਪਾਟਾ ਹੋਇਆ ਸੀ। ਅਦੀਨਾ ਬੇਗ ਤੇ ਉਹਦੇ ਖਿਆਲਾਂ ਦੇ ਹੋਰ ਕਈ ਮੁਸਲਮਾਨ ਅਫਸਰ ਕੋੜਾਮਲ ਦੀ ਇੰਨੀ ਇੱਜ਼ਤ ਵੇਖ ਕੇ ਸੜਦੇ ਸਨ ਤੇ ਉਹ ਇਹ ਵੀ ਜਾਣਦੇ ਸਨ ਕਿ ਕੋੜਾਮਲ ਦੀ ਤਾਕਤ ਸਿੱਖਾਂ ਦੇ ਮਾਣ ਤੇ ਹੈ। ਉਹ ਸਹਿ ਨਹੀਂ ਸਨ ਸਕਦੇ ਕਿ ਮੁਸਲਮਾਨਾਂ ਦੇ ਰਾਜ ਵਿੱਚ ਇੱਕ ਹਿੰਦੂ ਦੀ ਇੰਨੀ ਇੱਜ਼ਤ ਹੋਵੇ। ਸੋ ਪਹਿਲਾਂ ਤਾਂ ਉਹਨਾਂ ਕਈ ਵਧੀਕੀਆਂ ਕਰਕੇ ਸਿੱਖ ਰੁਸਾ ਕੇ ਘੱਲ ਦਿੱਤੇ, ਜਿਸ ਨਾਲ ਕੋੜਾਮਲ ਦੀ ਤਾਕਤ ਕਮਜ਼ੋਰ ਹੋ ਗਈ ਤੇ ਫਿਰ ਉਹ ਕੋੜਾਮਲ ਨੂੰ ਬਿਲੇ ਲਾਉਣ ਦੀ ਸੋਚਣ ਲੱਗੇ। ਲੜਾਈ ਲੰਮੀ ਹੋ ਗਈ। ਦੋਹੀਂ ਪਾਸੇ ਮਾਮੂਲੀ ਝੜਪਾਂ ਹੁੰਦੀਆਂ, ਪਰ ਨਿਬੇੜਾ ਕਰਨ ਵਾਲੀ ਲੜਾਈ ਨਾ ਹੁੰਦੀ। ਕੋਈ ਵੀ ਆਪਣੇ ਮੋਰਚਿਆਂ 'ਚੋਂ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਸੀ। ਅਬਦਾਲੀ ਦੀਆਂ ਫੌਜਾਂ ਨੇ ਇਲਾਕਾ ਉਜਾੜਨਾ ਸ਼ੁਰੂ ਕਰ ਦਿੱਤਾ ਤੇ 50-50 ਮੀਲ ਉਦਾਲੇ ਬਿਲਕੁਲ ਤਬਾਹ ਕਰ ਦਿੱਤਾ। ਪਿੰਡ ਥੇ ਹੋ ਗਏ ਤੇ ਫਸਲਾਂ ਉਜੜ ਗਈਆਂ। ਇੱਥੋਂ ਤੱਕ ਕਿ 50 ਮੀਲ ਤੱਕ ਰਾਤ ਨੂੰ ਦੀਵਾ ਬਲਦਾ ਨਜ਼ਰ ਨਾ ਆਉਂਦਾ। ਅਖੀਰ 6 ਮਾਰਚ 1752 ਈਸਵੀ ਨੂੰ ਮੀਰ ਮਨੂੰ ਆਪਣੇ ਮੋਰਚਿਆਂ 'ਚੋਂ ਬਾਹਰ ਨਿਕਲਿਆ। ਉਹਨੇ ਵੈਰੀ ਉੱਤੇ ਬੜਾ ਕਹਿਰੀ ਹਮਲਾ ਕੀਤਾ। ਉਹਦੇ ਵੱਡੇ ਜਰਨੈਲਾਂ ਵਿੱਚੋਂ ਕੋੜਾਮਲ ਹੀ ਸੀ ਜੋ ਦਿਲ ਢਾ ਕੇ ਲੜਿਆ, ਪਰ ਐਨ ਰਣ ਤੱਤੇ ਵਿੱਚ ਅਦੀਨਾ ਬੇਗ ਨੇ ਗੱਦਾਰੀ ਕੀਤੀ ਤੇ ਇੱਕ ਕਸੂਰੀ ਪਠਾਨ ਕੋਲੋਂ ਕੋੜਾਮਲ ਨੂੰ ਗੋਲੀ ਮਰਵਾ ਦਿੱਤੀ। ਕੋੜਾਮਲ ਦਾ ਹਾਥੀ ਕਬਰ ਵਿੱਚ ਪੈਰ ਪੈਣ ਕਰਕੇ ਡਿੱਗ ਪਿਆ ਸੀ। ਉਹ ਹਾਥੀ ਬਦਲਣ ਲੱਗਾ ਸੀ ਜਾਂ ਗੋਲੀ ਉਸਦੇ ਮੱਥੇ ਵਿੱਚ ਆ ਵੱਜੀ, ਜਿਸ ਨਾਲ ਉਹ ਉਸੇ ਵੇਲੇ ਪ੍ਰਾਣ ਦੇ ਗਿਆ। ਅਦੀਨਾ ਬੇਗ ਦੀ ਇਸ ਭੈੜੀ ਕਰਤੂਤ ਨਾਲ
ਬਹਾਦਰ ਮਹਾਰਾਜਾ ਕੋੜਾਮਲ ਦੀ ਜਾਨ ਗਈ ਤੇ ਮੀਰ ਮੰਨੂ ਦੀ ਹਾਰ ਹੋਈ। ਕੋੜਾਮਲ ਦੇ ਮਰਨ ਨਾਲ ਉਹ ਮੋਰਚਾ ਟੁੱਟ ਗਿਆ ਤੇ ਫਿਰ ਸਹਿਜ ਸਾਰੇ ਮੈਦਾਨ ਵਿੱਚੋਂ ਮੀਰ ਮੰਨੂ ਦੀ ਫੌਜ ਨੱਸ ਉੱਠੀ। ਮੁੱਕਦੀ ਗੱਲ, ਮੰਨੂ ਅਬਦਾਲੀ ਸਾਹਮਣੇ ਪੂਰੀ ਤਰ੍ਹਾਂ ਹਾਰ ਗਿਆ। ਅਗਲੇ ਦਿਨ ਹਾਰਿਆ ਹੋਇਆ ਮੀਰ ਮੰਨੂ ਅਬਦਾਲੀ ਦੇ ਪੇਸ਼ ਹੋਇਆ ਤੇ ਉਹਦੇ ਅੱਗੇ ਨਜ਼ਰਾਨੇ ਰੱਖੇ। ਅਬਦਾਲੀ ਨੇ ਪੁੱਛਿਆ, ਤੂੰ ਪਹਿਲਾਂ ਹੀ ਮੇਰੀ ਈਨ ਕਿਉਂ ਨਾ ਮੰਨ ਲਈ? ਮੰਨੂ ਨੇ ਨਮਰਤਾ ਨਾਲ ਉੱਤਰ ਦਿੱਤਾ, ਉਦੋਂ ਮੇਰਾ ਇੱਕ ਹੋਰ ਮਾਲਕ ਸੀ। ਅਬਦਾਲੀ, ਤੇਰਾ ਮਾਲਕ ਫਿਰ ਤੇਰੀ ਮਦਦ ਵਾਸਤੇ ਕਿਉਂ ਨਾ ਆਇਆ? ਮੰਨੂ, ਉਹ ਸਮਝਦਾ ਸੀ ਕਿ ਉਹਦਾ ਨੌਕਰ ਆਪਣੀ ਰੱਖਿਆ ਆਪ ਕਰ ਸਕਦਾ ਹੈ। ਅਬਦਾਲੀ, ਜੇ ਤੂੰ ਮੈਨੂੰ ਫੜ ਲੈਂਦੋ ਤਾਂ ਕੀ ਕਰ ਦੂੰ? ਮੰਨੂ, ਮੈਂ ਤੇਰਾ ਸਿਰ ਵੱਢ ਲੈਂਦਾ ਤੇ ਆਪਣੇ ਬਾਦਸ਼ਾਹ ਕੋਲ ਦਿੱਲੀ ਭੇਜ ਦਿੰਦਾ। ਅਬਦਾਲੀ, ਹੁਣ ਤੂੰ ਮੇਰੇ ਕਾਬੂ ਹੈ, ਦੱਸ ਹੁਣ ਮੈਂ ਤੇਰੇ ਨਾਲ ਕੀ ਵਰਤਾਓ ਕਰਾਂ? ਮੰਨੂ, ਜੇ ਤੂੰ ਸੌਦਾਗਰ ਹੈ ਤਾਂ ਮੈਨੂੰ ਨਜ਼ਰਾਨੇ ਬਦਲੇ ਵੇਚ ਦੇ, ਜੇ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ, ਜੇ ਤੂੰ ਬਾਦਸ਼ਾਹ ਹੈ ਤਾਂ ਮੈਨੂੰ ਮਾਫ ਕਰ ਦੇ ਤੇ ਆਪਣੇ ਆਸਰੇ ਵਿੱਚ ਲੈ ਲੈ। ਇਹ ਦਲੇਰਾਨਾ ਉੱਤਰ ਸੁਣ ਕੇ ਅਬਦਾਲੀ ਬੜਾ ਖੁਸ਼ ਹੋਇਆ ਤੇ ਮੀਰ ਮੰਨੂ ਨੂੰ ਹੀ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ। ਮੀਰ ਮੰਨੂ ਨੇ ਸੂਬਾ ਮੁਲਤਾਨ ਤੇ ਲਾਹੌਰ ਬਦਲੇ ਅਬਦਾਲੀ ਨੂੰ 50 ਲੱਖ ਸਾਲਾਨਾ ਖਰਾਜ ਦੇਣਾ ਮੰਨਿਆ। ਸ਼ਹਿਰ ਵਿੱਚੋਂ ਉਗਰਾਹੀ ਕਰਕੇ ਉਸੇ ਵੇਲੇ 50 ਲੱਖ ਨਕਦ, 11 ਘੋੜੇ ਤੇ 2 ਹਾਥੀ ਅਬਦਾਲੀ ਦੀ ਭੇਟਾ ਕੀਤੇ ਗਏ। ਅਬਦਾਲੀ ਨੇ ਇੱਕ ਅਹਿਦਨਾਮੇ ਰਾਹੀਂ ਸੂਬਾ ਮੁਲਤਾਨ ਤੇ ਲਾਹੌਰ ਆਪਣੇ ਰਾਜ ਨਾਲ ਮਿਲਾ ਲਏ। ਕਲੰਦਰ ਬੇਗ ਦੇ ਹੱਥ ਉਹ ਅਹਿਦਨਾਮਾ ਬਾਦਸ਼ਾਹ ਦੀ ਸਹੀ ਪਾਉਣ ਵਾਸਤੇ ਦਿੱਲੀ ਭੇਜਿਆ। 23 ਅਪ੍ਰੈਲ ਨੂੰ ਬਾਦਸ਼ਾਹ ਦਿੱਲੀ ਨੇ ਅਹਿਦਨਾਮਾ ਪ੍ਰਵਾਨ ਕਰ ਲਿਆ ਤੇ ਸੂਬਾ ਮੁਲਤਾਨ ਤੇ ਲਾਹੌਰ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਹੱਕ ਮੰਨ ਲਿਆ। ਇਸ ਦਿਨ ਤੋਂ ਇਹ ਦੋਵੇਂ ਸੂਬੇ ਦਿੱਲੀ ਨਾਲੋਂ ਟੁੱਟ ਕੇ ਅਫਗਾਨਿਸਤਾਨ ਤੇ ਰਾਜ ਨਾਲ ਗੰਢੇ ਗਏ ਤੇ ਮੀਰ ਮੰਨੂ ਨੂੰ ਦੋਹਾਂ ਦਾ ਸੂਬੇਦਾਰ ਬਣਾਇਆ। ਅਹਿਮਦ ਸ਼ਾਹ ਅਬਦਾਲੀ ਦਾ ਜਨਮ ਮੁਲਤਾਨ ਹੋਇਆ ਸੀ, ਇਸ ਵਾਸਤੇ ਉਹਨੂੰ ਮੁਲਤਾਨ ਨਾਲ ਖਾਸ ਲਗਾਓ ਸੀ। ਲਾਹੌਰ ਮੁਲਤਾਨ ਆਪਣੇ ਰਾਜ ਨਾਲ ਮਿਲਾ ਕੇ ਉਹਨੇ ਆਪਣੀ ਨਸਲ ਦੇ ਬਹੁਤ ਸਾਰੇ ਸੱਦੋਜਈ ਪਠਾਨ ਜ਼ਮੀਨ ਦੇ ਕੇ ਮੁਲਤਾਨ ਵਿੱਚ ਵਸਾ ਦਿੱਤੇ। ਇਸੇ ਸਮੇਂ ਅਬਦਾਲੀ ਨੇ ਆਪਣੇ ਜਰਨੈਲ ਅਬਦੁੱਲਾ ਖਾਨ ਨੂੰ ਭੇਜ ਕੇ ਕਸ਼ਮੀਰ ਫਤਿਹ ਕਰ ਲਿਆ ਤੇ ਆਪਣੇ ਰਾਜ ਨਾਲ ਮਿਲਾ ਕੇ ਉੱਥੋਂ ਦਾ ਸੂਬੇਦਾਰ ਦੀਵਾਨ ਸੁਖਜੀਵਨ ਮੱਲ ਨੂੰ ਬਣਾਇਆ। ਨਵੇਂ ਮੱਲੇ 3 ਸੂਬਿਆਂ ਦਾ ਪ੍ਰਬੰਧ ਕਰਕੇ ਅਬਦਾਲੀ ਲਾਹੌਰੋਂ ਹੀ ਵਾਪਸ ਕੰਧਾਰ ਨੂੰ ਮੁੜ ਗਿਆ। ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਵੱਲੋਂ ਲਾਹੌਰ ਤੇ ਮੁਲਤਾਨ ਦਾ ਹਾਕਮ ਬਣ ਗਿਆ। ਸਰਕਾਰ ਦਿੱਲੀ ਤੇ ਅਫਗਾਨਿਸਤਾਨ ਦੇ ਝਮੇਲਿਆਂ ਵੱਲੋਂ ਉਹ ਬੇਫਿਕਰ ਹੋ ਗਿਆ, ਕਿਉਂਕਿ ਪਹਿਲੀ ਸਰਕਾਰ ਨਾਲੋਂ ਉਹਦਾ ਵਾਸਤਾ ਟੁੱਟ ਗਿਆ ਤੇ ਦੂਜੀ ਦੀ ਉਹਨੇ ਈਨ ਮੰਨ ਲਈ। ਹੁਣ ਉਹਨੂੰ ਫਿਕਰ ਰਹਿ ਗਿਆ ਸੀ ਤਾਂ ਦੇਸ਼ ਦੇ ਅੰਦਰੂਨੀ ਅਮਨ ਦਾ। ਉਹ ਆਪਣੇ ਇਰਾਦੇ ਅਨੁਸਾਰ ਇਸ ਕੰਮ ਤੇ ਲੱਕ ਬੰਨ੍ਹ ਕੇ ਲੱਗ ਗਿਆ। ਮੰਨੂ ਤੇ ਸਿੱਖਾਂ ਦੇ ਮਿਲਾਪ ਦਾ ਵਸੀਲਾ ਕੇਵਲ ਕੋੜਾਮਲ ਹੀ ਸੀ। ਉਹ ਸੁਰਗਵਾਸ ਹੋ ਚੁੱਕਾ ਸੀ। ਹੁਣ ਤਾਂ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਸਮੂਚਾ ਖਤਮ ਕਰਨਾ ਚਾਹੁੰਦੇ ਸਨ। ਮੰਨੂ ਆਪ ਵੀ ਤਵੱਸਬੀ ਸੁਭਾਅ ਦਾ ਸੀ। ਇੱਕ ਕਮਲੀ ਦੂਜੀ ਮੜੀਆਂ ਦੇ ਰਾਹ ਪੈ ਗਈ, ਫਿਰ ਸੁੱਖ ਕਿਵੇਂ ਰਹੇ? ਮੁਲਾਣਿਆਂ ਤੇ ਫੌਜਦਾਰਾਂ ਨੇ ਮੰਨੂ ਨੂੰ ਬਹੁਤ ਭੜਕਾਇਆ ਤੇ ਅਬਦਾਲੀ ਸਾਹਮਣੇ ਹਾਰ ਜਾਣ ਦਾ ਕਾਰਨ ਵੀ ਉਹਨਾਂ ਨੇ ਸਿੱਖਾਂ ਨੂੰ ਹੀ ਠਹਿਰਾਇਆ। ਉਹ ਕਹਿੰਦੇ ਕਿ ਜੇ ਸਿੱਖ ਦਿਲ ਡਾਹ ਕੇ ਲੜਦੇ ਤੇ ਲੜਾਈ ਦੇ ਅਦਵਾਟਿਓਂ ਹੀ ਸਾਡਾ ਸਾਥ ਛੱਡ ਕੇ ਨਾ ਚਲੇ ਜਾਂਦੇ ਤਾਂ ਅਸੀਂ ਜ਼ਰੂਰ ਜਿੱਤ ਜਾਂਦੇ। ਮੰਨੂ ਨੇ ਵੀ ਇਹਨਾਂ ਗੱਲਾਂ ਨੂੰ ਦਿਲ ਵਿੱਚ ਵਸਾ ਲਿਆ ਤੇ ਆਪਣੇ ਰਾਜ ਵਿੱਚ ਅਮਨ ਦਾ ਨਿਰਭਰ ਉਹਨੇ ਸਿੱਖਾਂ ਦੀ ਤਬਾਹੀ ਤੇ ਹੀ ਮਿੱਥ ਲਿਆ। ਉਹਨਾਂ ਨੇ ਸਿੱਖਾਂ ਦੀ ਜਗੀਰ ਜ਼ਬਤ ਕਰ ਲਈ ਤੇ ਹਰ ਕੇਸਧਾਰੀ ਦਾ ਕਤਲ ਦਾ ਹੁਕਮ ਦੇ ਦਿੱਤਾ। ਸਿੱਖਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨੀ ਆਰੰਭ ਦਿੱਤੀ। ਸਾਰੇ ਦੇਸ਼ ਵਿੱਚ ਫੇਰ ਰੌਲਾ ਪੈ ਗਿਆ। ਪੁਰਾਣੇ ਸਾਰੇ ਸੂਬੇਦਾਰਾਂ ਨਾਲੋਂ ਮੀਰ ਮੰਨੂ ਬਲਵਾਨ ਤੇ ਸਖਤ ਸੁਭਾਅ ਦਾ ਸੀ। ਉਹਨੇ ਸਿੱਖਾਂ ਦੀ ਤਬਾਹੀ ਦੀ ਸਹੁੰ ਖਾ ਲਈ। ਸਿੱਖਾਂ ਦੇ ਕਤਲ ਦਾ ਹੁਕਮ ਦੇ ਕੇ ਉਹਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚੜ੍ਹਾ ਦਿੱਤੀ, ਜਿਸ ਦੇ ਅਫਸਰ ਮੋਮਨ ਖਾਂ, ਸੈਯਦ ਜਮੁੱਲੀਦੀਨ, ਬਖਸ਼ੀ ਗਾਜੀ ਬੇਗ, ਖਵਾਜਾ ਮਿਰਜ਼ਾ ਆਦਿ ਥਾਪੇ ਗਏ। ਨਾਲ ਹੀ ਸਿੱਖ ਦਾ ਸਿਰ ਪੇਸ਼ ਕਰਨ ਵਾਲੇ ਨੂੰ 10 ਰੁਪਏ ਇਨਾਮ ਦੇਣ ਐਲਾਨ ਕੀਤਾ ਗਿਆ। ਉਸਨੇ ਆਪਣੇ ਇਲਾਕੇ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਨੂੰ ਵੀ ਬੜੀ ਸਖਤ ਹੁਕਮ ਭੇਜੇ ਕਿ ਜਿੱਥੇ ਕੋਈ ਸਿੱਖ ਜਾਂ ਸਿੱਖਾਂ ਦੇ ਬੱਚੇ ਤੇ ਇਸਤਰੀਆਂ ਮਿਲਣ, ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ। ਇਸ ਹੁਕਮ ਦੀ ਪਾਲਣਾ ਬੜੇ ਜ਼ੋਰ ਨਾਲ ਹੋਈ। ਸੈਂਕੜੇ ਸਿੰਘ ਫੜੇ ਹੋਏ ਰੋਜ਼ ਲਾਹੌਰ ਆਉਂਦੇ ਤੇ ਨਖਾਸ ਚੌਂਕ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕਤਲ ਕੀਤੇ ਜਾਂਦੇ। ਇੱਕ ਵਾਰ ਉੱਥੇ ਸਿੱਖਾਂ ਦੇ ਸਿਰ ਇੰਨੇ ਇਕੱਠੇ ਹੋ ਗਏ ਕਿ ਉਹਨਾਂ ਦੇ ਮੁਨਾਰੇ ਉਸਾਰੇ ਗਏ, ਖੂਹ ਭਰੇ ਗਏ ਤੇ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਸਾਰੀਆਂ ਗਈਆਂ। ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੁੰਗਲੀਆਂ ਨਾਲ ਕੁੱਟ-ਕੁੱਟ ਕੇ ਮਾਰੇ ਗਏ। ਇਨਾਮ ਲੈਣ ਲਈ ਲਾਲਚੀ ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਇਨਾਮ ਲੈਂਦੇ।
ਇਹਨਾਂ ਦਿਨਾਂ ਵਿੱਚ ਸਿੰਘਾਂ ਦਾ ਬੜਾ ਨੁਕਸਾਨ ਹੋਇਆ। ਜੰਗੀ ਸਿੰਘ ਕਈ ਥਾਈਂ ਗਸ਼ਤੀ ਫੌਜ ਨਾਲ ਦੋ ਹੱਥ ਕਰਦੇ ਤੇ ਜਦ ਵੈਰੀ ਦੀ ਗਿਣਤੀ ਵੱਧ ਜਾਂਦੀ ਝੱਲਾਂ ਵਿੱਚ ਜਾ ਵੜਦੇ। ਮੋਮਨ ਖਾਂ ਜੋਸ਼ ਵਿੱਚ ਆਇਆ, ਸਿੰਘਾਂ ਦੇ ਮਗਰ ਲੱਖੀ ਜੰਗਲ ਦੇ ਅੰਦਰ ਚਲਾ ਗਿਆ। ਸਿੰਘਾਂ ਨੇ ਸ਼ਿਕਾਰ ਹੱਥ ਆਇਆ ਵੇਖ ਕੇ ਚੁਫੇਰਿਓਂ ਹੱਲਾ ਬੋਲ ਦਿੱਤਾ। ਫੌਜ ਦਾ ਬੜਾ ਭਾਰਾ ਨੁਕਸਾਨ ਕਰਕੇ ਮੋਮਨ ਖਾਂ ਪਿੱਛੇ ਮੁੜਿਆ। ਅਜਿਹੀਆਂ ਘਟਨਾਵਾਂ ਕਈ ਥਾਈਂ ਹੋਈਆਂ। ਇਹਨਾਂ ਦਿਨਾਂ ਵਿੱਚ ਗਸ਼ਤੀ ਫੌਜ ਨੇ ਸੈਂਕੜੇ ਬੱਚੇ ਤੇ ਸਿੰਘਣੀਆਂ ਕੈਦ ਕਰਕੇ ਲਾਹੌਰ ਭੇਜੀਆਂ। ਨਖਾਸ ਚੌਂਕ ਵਿੱਚ ਉਹਨਾਂ ਨੂੰ ਅਨੇਕਾਂ ਅਸਹਿ ਤੇ ਅਕੈਦ ਤਸੀਹੇ ਦਿੱਤੇ ਗਏ। ਉਹਨਾਂ ਸਾਹਮਣੇ ਮੀਰ ਮੰਨੂ ਵੱਲੋਂ ਇੱਕੋ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ। ਇਸ ਤੋਂ ਇਨਕਾਰ ਕਰਨ ਉੱਤੇ ਉਹਨਾਂ ਨੂੰ ਸਖਤ ਗਰਮੀ ਵਿੱਚ ਤੰਗ ਭੋਰੇ ਅੰਦਰ ਕੈਦ ਰੱਖਿਆ ਗਿਆ। ਹਰ ਇੱਕ ਸਿੰਘਣੀ ਨੂੰ 20 ਸੇਰ ਪੱਕੇ ਦਾਣੇ ਪੀਣ ਵਾਸਤੇ ਦਿੱਤੇ ਜਾਂਦੇ। ਜੋ ਨਾ ਪੀ ਸਕਦੀ ਉਹਦੀ ਛਾਤੀ ਉੱਤੇ 2 ਮਣ ਪੱਕੇ ਪੱਥਰ ਦਾ ਗੋਲਾ ਰੱਖਿਆ ਜਾਂਦਾ। ਖਾਣ ਵਾਸਤੇ ਹਰ ਇੱਕ ਨੂੰ ਜਵਾਂ ਦੇ ਆਟੇ ਦੀ ਅੱਧੀ ਰੋਟੀ ਤੇ 1 ਪਿਆਲਾ ਪਾਣੀ 8 ਪੈਰਾਂ ਪਿੱਛੋਂ ਦਿੱਤਾ ਜਾਂਦਾ। ਭੁੱਖੇ ਬਾਲ ਗੋਦੀਆਂ ਵਿੱਚ ਵਿਰਕਦੇ, ਪਰ ਸਿੱਦਕੀ ਮਾਵਾਂ ਭਾਣਾ ਸਮਝ ਕੇ ਚੱਲ ਰਹੀਆਂ ਸਨ। ਮੀਰ ਮੰਨੂ ਦੇ ਹੁਕਮ ਨਾਲ ਮਾਵਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੋਂਦੇ ਬਾਲ ਖੋਹ ਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ। ਜਲਾਦ ਬੱਚੇ ਨੂੰ ਉੱਪਰ ਚਲਾ ਕੇ ਹੇਠਾਂ ਨੇਜਾ ਕਰ ਦਿੰਦੇ ਤੇ ਉਵੇਂ ਬੱਚੇ ਦੀ ਲਹੂ ਭਰੀ ਤੜਫਦੀ ਲੋਥ ਮਾਂ ਦੀ ਗੋਦ ਵਿੱਚ ਧਰ ਦਿੰਦੇ। ਫਿਰ ਵੀ ਉਹ ਸਿਦਕਣਾ ਧਰਮੋਂ ਨਾ ਹਾਰੀਆਂ ਤਾਂ ਬੱਚਿਆਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਦਿੱਤੇ ਗਏ ਤੇ ਲਾਡਲਿਆਂ ਦੀਆਂ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ। ਸਦਕੇ ਉਹਨਾਂ ਦੇਵੀਆਂ ਦੇ ਸਿਦਕ ਦੇ ਜਿਨ੍ਹਾਂ ਇੰਨਾ ਕੁਝ ਝੱਲ ਕੇ ਸਿੱਖੀ ਨਿਭਾਈ। ਦਿਨੋਂ ਦਿਨ ਇਹਨਾਂ ਕੈਦਰਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਜੰਗੀ ਸਿੰਘ ਤਾਂ ਲੜਦੇ ਭਿੜਦੇ ਮੰਨੂ ਦੇ ਇਲਾਕੇ ਵਿੱਚੋਂ ਦੂਰ ਨਿਕਲ ਗਏ ਸਨ ਤੇ ਹੁਣ ਸਾਰਾ ਜ਼ੋਰ ਉਹਨਾਂ ਦੇ ਪਰਿਵਾਰ ਫੜਨ ਉੱਤੇ ਸੀ। ਜਿਸ ਬਾਬਤ ਇਹ ਸ਼ੱਕ ਪੈ ਜਾਂਦਾ ਕਿ ਉਹ ਸਿੱਖ ਜਾਂ ਸਿੱਖਾਂ ਦਾ ਹਮਾਇਤੀ ਹੈ, ਉਹ ਫੜ ਲਿਆ ਜਾਂਦਾ। ਇੱਕ ਪਿੰਡ ਉੱਤੇ ਗਸ਼ਤੀ ਫੌਜ ਪੈਂਦੀ ਤਾਂ ਉਦਾਲੇ ਦੇ 10 ਪਿੰਡ ਵੇਲੇ ਹੋ ਜਾਂਦੇ। ਮਾਵਾਂ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ। ਸਿੱਖਾਂ ਦੀ ਜਿੰਨੀ ਕਤਲਾਮ ਮੰਨੂ ਦੇ ਅਹਿਦ ਵਿੱਚ ਹੋਈ, ਉਸਨੇ ਪਿਛਲੇ ਸਾਰੇ ਜ਼ੁਲਮ ਮਾਤ ਪਾ ਦਿੱਤੇ। ਉਸ ਸਮੇਂ ਸਿੱਖਾਂ ਵਿੱਚ ਰਵਾਇਤ ਪ੍ਰਚਲਿਤ ਹੋ ਗਈ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ। ਜਿਉਂ-ਜਿਉਂ ਸਾਨੂੰ ਵੱਢਦਾ, ਅਸੀਂ ਤਿਉਂ-ਤਿਉਂ ਦੂਣੇ ਹੋਏ। ਜਿਸ ਵੇਲੇ ਇਸ ਜ਼ੁਲਮ ਦੀਆਂ ਖਬਰਾਂ ਸਿੰਘਾਂ ਦੇ ਦੂਰ ਗਏ ਜਥਿਆਂ ਨੂੰ ਮਿਲੀਆਂ, ਉਹ ਮਰਨ ਮਾਰਨ ਦੀ ਧਾਰ ਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਰਦੀਆਂ ਵਿੱਚ ਫਿਰ ਪੰਜਾਬ ਨੂੰ ਪਰਤ ਆਏ। ਕਈ ਥਾਵਾਂ ਤੇ ਗਸ਼ਤੀ ਫੌਜ ਨਾਲ ਸਿੰਘਾਂ ਦੀਆਂ ਮੁੱਠਭੇੜਾਂ ਹੋਣ ਲੱਗੀਆਂ। ਖਬਰਾਂ ਸੁਣ ਕੇ ਮੀਰ ਮੰਨੂ ਗੁੱਸਾ ਖਾ ਕੇ ਆਪ ਚੜਿਆ। ਉਹਨੇ ਮੁੱਲਾਂਪੁਰ ਕੋਲ ਜਾ ਡੇਰਾ ਲਾਇਆ ਤੇ ਇਲਾਕੇ ਵਿੱਚੋਂ ਬੱਚੇ ਫੜ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਜ਼ੁਲਮ ਵਾਲੀ ਅੱਤ ਹੋ ਗਈ। ਕੁਦਰਤ ਵੀ ਇਸ ਕਹਿਰ ਨੂੰ ਵੇਖ ਕੇ ਕਰੋਧ ਵਿੱਚ ਆ ਗਈ। 4 ਨਵੰਬਰ 1753 ਈਸਵੀ ਦਾ ਦਿਨ ਚੜ੍ਹਿਆ ਹੀ ਸੀ ਜਦ ਸੂਹੇ ਨੇ ਆ ਕੇ ਖਬਰ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਸਿੰਘ ਲੁਕੇ ਬੈਠੇ ਹਨ। ਮੰਨੂ ਨੇ ਉਸੇ ਵੇਲੇ ਘੋੜੇ ਤੇ ਚੜ੍ਹ ਕੇ ਆਪਣੀ ਫੌਜ ਨਾਲ ਜਾ ਕੇ ਕਮਾਦ ਨੂੰ ਘੇਰਾ ਪਾ ਲਿਆ। ਚੁਫੇਰਿਓਂ ਕਮਾਦ ਵਿੱਚ ਮੀਂਹ ਵਾਂਗ ਗੋਲੀ ਵਰਨ ਲੱਗੀ। ਅੰਦਰੋਂ ਸਿੰਘਾਂ ਨੇ ਵੀ ਇੱਕੇ ਵਾਰ ਵਾਲੀ ਝਾੜੀ। ਕਮਾਦ ਬੜਾ ਸੰਘਣਾ ਸੀ, ਇਸ ਵਾਸਤੇ ਨਾ ਤਾਂ ਬਾਹਰ ਦੀ ਗੋਲੀ ਦਾ ਅੰਦਰ ਤੇ ਨਾ ਸਿੰਘਾਂ ਦੀ ਗੋਲੀ ਦਾ ਬਾਹਰ ਕੋਈ ਅਸਰ ਹੋਇਆ। ਪਰ ਕਮਾਦ ਦੇ ਖੜਾਕ ਤੋਂ ਘੋੜਾ ਡਰ ਗਿਆ ਤੇ ਮੀਰ ਮੰਨੂ ਕਾਠੀ ਤੋਂ ਥੱਲੇ ਆ ਪਿਆ। ਉਸਦਾ ਇੱਕ ਪੈਰ ਰਕਾਬ ਵਿੱਚ ਅੜਿਆ ਰਹਿ ਗਿਆ ਤੇ ਭੱਜੇ ਜਾਂਦੇ ਘੋੜੇ ਦੇ ਮਗਰ ਧੂਈਦਾ ਉਹ ਮਰ ਗਿਆ। ਉਸਦੀ ਫੌਜ ਦੀ ਕਈ ਮਹੀਨਿਆਂ ਦੀ ਤਨਖਾਹ ਬਾਕੀ ਰਹਿੰਦੀ ਸੀ, ਸੋ ਫੌਜ ਨੇ ਲੌਤ ਤੇ ਕਬਜ਼ਾ ਕਰ ਲਿਆ। ਤੀਜੇ ਦਿਨ ਪਿੱਛੋਂ ਮੀਰ ਮੰਨੂ ਦੀ ਬੇਗਮ ਨੇ ਆਪਣੇ ਗਹਿਣੇ ਵੇਚ ਕੇ 3 ਲੱਖ ਰੁਪਇਆ ਤਨਖਾਹ ਵਜੋਂ ਦਿੱਤਾ ਤਾਂ ਮੰਨੂ ਦੀ ਲੌਤ ਲੈ ਕੇ ਲਾਹੌਰ ਮੀਆਂ ਮੀਰ ਖਾਨ ਬਹਾਦਰ ਦੀ ਕਬਰ ਕੋਲ ਦਫਨਾਈ ਗਈ। ਜਿਸ ਵੇਲੇ ਮੰਨੂ ਦੀ ਮਰਨ ਦੀ ਖਬਰ ਸਿੰਘਾਂ ਨੂੰ ਮਿਲੀ, ਉਹਨਾਂ ਦਾ ਇੱਕ ਜਥਾ ਜੋ ਉਸ ਵੇਲੇ ਲਾਹੌਰ ਦੇ ਨੇੜੇ ਫਿਰ ਰਿਹਾ ਸੀ, ਰਾਤ ਧਾਵਾ ਕਰਕੇ ਸ਼ਹੀਦਗੰਜ ਜਾ ਪਿਆ। ਕੈਦਖਾਨੇ ਦੀ ਚੜ੍ਹਦੇ ਪਾਸੇ ਦੀ ਇੱਕ ਕੰਧ ਪਾੜ ਕੇ ਸਭ ਸਿੰਘਣੀਆਂ ਕੈਦ ਵਿੱਚੋਂ ਕੱਢ ਲਈਆਂ ਤੇ ਘਰੋਂ ਘਰੀ ਪਹੁੰਚਾ ਦਿੱਤੀਆਂ।